ਧੰਨ ਵਾਹਿਗੁਰੂ ਜੀਓ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਜੇ 100 ਚੰਦਾ ਉਗਵੈ, ਸੂਰਜ ਚੜ੍ਹੈ ਹਜ਼ਾਰ। ਏਤੇ ਚਾਨਣ ਹੁੰਦਿਆਂ, ਗੁਰ ਬਿਨ ਘੋਰ ਅੰਧਾਰ। ਏਤੇ ਚਾਨਣ ਹੁੰਦਿਆਂ, ਗੁਰ ਬਿਨ ਘੋਰ ਅੰਧਾਰ। ਧੰਨ ਵਾਹਿਗੁਰੂ ਜੀਓ। ਚੰਦ ਸੂਰਜ ਦੋਏ ਜੋਤ ਸਰੂਪ, ਜੋਤੀ ਅੰਤਰ ਬ੍ਰਹਮ ਅਨੂਪ। ਚੰਦ ਸੂਰਜ ਦੋਏ ਜੋਤ ਸਰੂਪ, ਜੋਤੀ ਅੰਤਰ ਬ੍ਰਹਮ ਅਨੂਪ। ਕਰ ਰੇ ਗਿਆਨੀ ਬ੍ਰਹਮ ਵਿਚਾਰ, ਜੋਤੀ ਅੰਤਰ ਧਰਿਆ ਪਸਾਰ। ਰਹਾਉ ਹੀਰਾ ਦੇਖ, ਹੀਰੇ ਕਰੋ ਆਦੇਸ। ਕਹਿ ਕਬੀਰ ਨਿਰੰਜਨ ਆਲੇਖ। ਹੀਰਾ ਦੇਖ, ਹੀਰੇ ਕਰੋ ਆਦੇਸ। ਕਹਿ ਕਬੀਰ ਨਿਰੰਜਨ ਅਲੇਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ, ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਹਜ਼ੂਰ ਜੁੜ ਬੈਠਣ ਦਾ ਇਹ ਸੁਭਾਗ ਸਮਾਂ, ਸਤ ਸੰਗਤ ਕਰਨ ਦਾ ਵਕਤ ਆਪਾਂ ਸਭਨਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਪ੍ਰੇਮ ਸਹਿਤ ਸਰਵਣ ਕਰਨ ਦਾ ਯਤਨ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਰੋਜ਼ਾਨਾ ਦੇ ਦੀਵਾਨਾਂ ਵਿੱਚ ਆਪਾਂ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਕੀਤੀ ਹੋਈ ਮਤ ਬੁੱਧ ਸਮਰੱਥਾ ਮੁਤਾਬਕ ਬਾਣੀ ਨੂੰ ਵਿਚਾਰਨ ਦਾ ਆਹਰ ਅਤੇ ਯਤਨ ਕਰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ
ਅੰਮ੍ਰਿਤਮਈ ਬਾਣੀ ਵਿੱਚੋਂ ਭਗਤ ਕਬੀਰ ਸਾਹਿਬ ਜੀ ਦਾ ਹੁਣੇ ਹੀ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 972 ਉੱਪਰ ਰਾਗ ਰਾਮਕਲੀ ਦੇ ਵਿੱਚ ਭਗਤ ਜੀ ਮਹਾਰਾਜ ਦਾ ਉਚਾਰਨ ਕੀਤਾ ਇਹ ਪਾਵਨ ਸ਼ਬਦ ਸੁਭਾਏਮਾਨ ਹੈ, ਦਰਜ ਹੈ। ਅਧਿਆਤਮ ਦਾ ਪੈਂਡਾ, ਧਰਮ ਦਾ ਮਾਰਗ, ਬ੍ਰਹਮ ਦੀ ਸੱਚ ਦੀ ਵਿਚਾਰ ਦਾ ਮਾਰਗ ਹੈ। ਮਹਾਨ ਸਤਿਪੁਰਖਾਂ ਦੇ ਬਚਨ ਸਾਡੇ ਦਿਲਾਂ ਦੇ ਹਨੇਰੇ ਨੂੰ ਦੂਰ ਕਰਕੇ ਸਾਨੂੰ ਅੰਤਰਮੁਖੀ ਬਣਾਉਂਦੇ ਹਨ। ਸਾਡੇ ਅੰਤਰ ਵਸਦੀ ਹੋਈ ਪਰਮੇਸ਼ਰੀ ਸੱਤਾ ਦੀ ਸੋਝੀ ਸਾਨੂੰ ਕਰਾਉਂਦੇ ਨੇ। ਬਾਹਰ ਦਾ ਜੋ ਸੰਸਾਰ ਹੈ, ਜਿੰਨੀਆਂ ਵੀ ਵਸਤੂਆਂ ਜਿਸ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਉਚਾਰਨ ਕਰਦੇ ਨੇ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ। ਕਿੰਨੇ ਹੀ ਰੰਗਾਂ ਦੀ, ਕਿੰਨੇ ਹੀ ਭਾਂਤਾਂ ਦੀ, ਕਿੰਨੀਆਂ ਕਿਸਮਾਂ ਦੀ ਇਹ ਕੁਦਰਤ ਦੀ ਰਚਨਾ ਜਿਹੜੀ ਹੈ ਪਰਮੇਸ਼ਰ ਵਾਹਿਗੁਰੂ ਨੇ ਕੀਤੀ ਹੈ। ਅਸੀਂ ਰੂਪ, ਰੰਗ, ਆਕਾਰ ਅਤੇ ਭਾਂਤ ਸੁਭਾਂਤੇ ਪਸਾਰੇ ਨੂੰ ਵੇਖ ਕੇ ਉਸ ਦੇ ਮੋਹ ਅਤੇ ਉਸ ਦੇ ਲੋਭ ਵਿੱਚ ਫਸੇ ਹੋਏ ਵਾਸ਼ਨਾਗ੍ਰਸਤ ਹੁੰਦੇ ਹਾਂ। ਪਰ ਜਿਹੜਾ ਧਰਮ ਮਾਰਗ ਦਾ ਪਾਂਧੀ ਹੈ ਉਹ ਕੁਦਰਤ ਨੂੰ ਜਿਸ ਵੇਲੇ ਵੇਖਦਾ ਹੈ ਤਾਂ ਕੁਦਰਤ ਵਿੱਚੋਂ ਉਹ ਕਾਦਰ ਦੀ ਜੋਤ ਦੇ ਜਲਵੇ ਨੂੰ ਮਹਿਸੂਸ ਕਰਦਾ ਹੈ। ਉਹਦੇ ਅੰਦਰ ਸਭ ਤੋਂ ਪਹਿਲਾ ਖਿਆਲ ਇਹ ਹੁੰਦਾ ਹੈ ਵੀ ਉਹ ਪਰਮੇਸ਼ਰ ਵਾਹਿਗੁਰੂ ਦੀ ਸੱਤਾ ਸਾਰੇ ਬ੍ਰਹਿਮੰਡ, ਹਰ ਜੀ ਜੰਤ ਅਤੇ ਇਹ ਸੁਭਾਂਤੇ ਪਸਾਰੇ ਦੇ ਵਿੱਚ ਵਿਦਮਾਨ ਹੈ। ਆਪਾਂ ਇਹ ਬਚਨ ਰੋਜ਼ ਪੜ੍ਹਦੇ ਹਾਂ। ਗਗਨ ਮੈ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਇਹਦੀ ਉਥਾਨਕਾ ਵਿਦਵਾਨਾਂ ਨੇ ਇਉਂ ਲਿਖੀ। ਉੜੀਸਾ ਦੇ ਵਿੱਚ ਬਿਲਕੁਲ ਸਮੁੰਦਰ ਦੇ ਕੰਢੇ ਦੇ ਉੱਤੇ ਇੱਕ ਨਗਰੀ ਹੈ ਜਿਸ ਦਾ ਨਾਮ ਹੈ ਪੁਰੀ। ਉੱਥੇ ਇੱਕ ਵਿਸ਼ਾਲ ਭਵਨ ਹੈ, ਮੰਦਰ ਹੈ। ਉਸ ਮੰਦਰ ਨੂੰ ਭਗਵਾਨ ਜਗਨਨਾਥ ਦਾ ਮੰਦਰ ਆਖਿਆ ਜਾਂਦਾ ਹੈ। ਉੱਥੋਂ ਦੀ ਆਰਤੀ ਵਿੱਚ ਸ਼ਾਮਲ ਹੋਣ ਵਾਸਤੇ ਉਚੇਚੇ ਸ਼ਰਧਾਲੂ ਸ਼ਾਮ ਦੇ ਵਕਤ ਉੱਥੇ ਰੁਕਦੇ ਨੇ। ਉਸ ਮੰਦਰ ਦੇ ਵਿੱਚ ਅਧੂਰੀ ਬਣੀ ਹੋਈ ਜਗਨਨਾਥ ਦੀ ਮੂਰਤੀ ਨੂੰ ਪੂਜਿਆ ਜਾਂਦਾ ਹੈ। ਕਹਿੰਦੇ ਨੇ ਵਿਸ਼ਵਕਰਮਾ ਨੇ ਉਸ ਮੂਰਤੀ ਦੀ ਘਾੜ ਆਪ ਘੜੀ, ਉਹਨਾਂ ਦੇ ਖਿਆਲ ਮੁਤਾਬਕ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਸਹਿਤ ਜਦੋਂ ਉੱਥੇ ਪਹੁੰਚੇ ਤਾਂ ਮੰਦਰ ਦੇ ਜਿਹੜੇ ਅਧਿਕਾਰੀ ਸਨ, ਪੁਜਾਰੀ ਸਨ, ਉਹਨਾਂ ਨੇ ਮਹਾਰਾਜ ਨੂੰ ਨਿਉਂਤਾ ਦਿੱਤਾ, ਮਹਾਰਾਜ ਤੁਸੀਂ ਆਰਤੀ ਦੇ ਵਿੱਚ ਸ਼ਾਮਲ ਹੋਵੋ, ਸਾਨੂੰ ਖੁਸ਼ੀ ਹੋਏਗੀ। ਮਹਾਰਾਜ ਉੱਥੇ ਗਏ। ਸਤਿਗੁਰੂ ਜੀ ਨੇ ਜੋ ਕੁਝ ਵੀ ਉੱਥੇ ਹੋ ਰਿਹਾ ਸੀ ਉਸ ਨੂੰ ਆਪਣੇ ਪਾਵਨ ਨੇਤਰਾਂ ਨਾਲ ਨਿਹਾਰਿਆ, ਵੇਖਿਆ। ਉਹਨਾਂ ਸਮਾਂ ਹਜ਼ੂਰ ਮਹਾਰਾਜ ਉੱਥੇ ਰਹੇ ਜਿੰਨਾ ਸਮਾਂ ਉਹ ਆਰਤੀ ਆਦਿਕ ਦੀ ਕਿਰਿਆ ਹੁੰਦੀ ਰਹੀ। ਇਸ ਸਾਰੇ ਹੀ ਸਮਾਗਮ ਦੀ ਸਮਾਪਤੀ ਤੋਂ ਉਪਰੰਤ ਪੁਜਾਰੀਆਂ ਵੱਲੋਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਿਆ ਗਿਆ ਕਿ ਬਾਬਾ ਜੀ ਤੁਸੀਂ ਕੋਈ ਭਜਨ ਗਾਇਨ ਨਹੀਂ ਕੀਤਾ, ਫੁੱਲਾਂ ਦੀ ਵਰਖਾ ਨਹੀਂ ਕੀਤੀ, ਜਾਨੀ ਤੁਸੀਂ ਉਸ ਤਰ੍ਹਾਂ ਸ਼ਾਮਲ ਨਹੀਂ ਹੋਏ ਜਿਸ ਤਰ੍ਹਾਂ ਆਮ ਸ਼ਰਧਾਲੂ ਇਸ ਆਰਤੀ ਵਿੱਚ ਸ਼ਾਮਲ ਹੁੰਦੇ ਨੇ। ਕੀ ਕਾਰਨ ਹੋ ਸਕਦਾ? ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ, ਹਜ਼ੂਰ ਕਹਿੰਦੇ ਦਰਅਸਲ ਮੈਂ ਜਿਸ ਜਗਨਨਾਥ ਦਾ ਸੇਵਕ ਹਾਂ ਉਸ ਦੀ ਵਿਸ਼ਾਲ ਆਰਤੀ ਨੂੰ ਮੈਂ ਰੋਜ਼ ਹੀ ਵੇਖਦਾ ਤੇ ਉਸ ਨੂੰ ਮੈਂ ਤੱਕਦਾ, ਉਸ ਨੂੰ ਮੈਂ ਮਹਿਸੂਸ ਕਰਦਾ ਤੇ ਮੈਂ ਸਦਾ ਹੀ ਉਹਦੇ ਤੋਂ, ਭਾਵੇਂ ਦਿਨ ਹੋਵੇ ਭਾਵੇਂ, ਕਿਉਂਕਿ ਤੁਹਾਡੀ ਤਾਂ ਆਰਤੀ ਦਾ ਇੱਕ ਨਿਸ਼ਚਿਤ ਸਮਾਂ ਹੈ, ਇੰਨੇ ਕੁ ਵਜੇ ਤੁਸੀਂ ਆਰਤੀ ਕਰਦੇ ਹੋ ਤੇ ਇੱਕ ਖਾਸ ਥਾਂ ਤੇ ਹੀ ਤੁਹਾਨੂੰ ਖਲੋ ਕੇ ਆਰਤੀ ਕਰਨੀ ਪੈਂਦੀ ਹੈ। ਪਰ ਮੈਂ ਤੁਰਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਹਰ ਵਕਤ ਹਰ ਘੜੀ ਉਸ ਆਰਤੀ ਨੂੰ ਮਹਿਸੂਸ ਵੀ ਕਰਦਾ ਤੇ ਵੇਖਦਾ ਵੀ ਹਾਂ।
ਜਦੋਂ ਹਜ਼ੂਰ ਨੇ ਇਹ ਬਚਨ ਕਹੇ ਨਾ ਵੀ ਮੈਂ ਜਿਸ ਜਗਨਨਾਥ ਦਾ ਸੇਵਕ ਹਾਂ, ਉਸ ਦੀ ਆਰਤੀ ਨੂੰ ਮੈਂ ਹਰ ਵੇਲੇ ਹੀ ਵੇਖਦਾ ਤੇ ਉਹਦੀ ਕੋਈ ਬੰਦਿਸ਼ ਨਹੀਂ, ਉਹਦੀ ਆਰਤੀ ਹਰ ਵੇਲੇ ਹੀ ਹੋਈ ਜਾਂਦੀ ਹੈ। ਇਹ ਦੋ ਗੱਲਾਂ ਬੜੀਆਂ ਅਚੰਭਾਜਨਕ ਸਨ। ਉਹਨਾਂ ਨੇ ਪੁੱਛਿਆ ਜੀ ਤੁਹਾਡਾ ਜਗਨਨਾਥ ਕੌਣ ਹੈ? ਮਹਾਰਾਜ ਨੇ ਆਖਿਆ ਜੋ ਸਾਰੇ ਜਗਤ ਦਾ ਨਾਥ ਹੈ, ਕੁੱਲ ਕਾਇਨਾਤ ਦਾ ਮਾਲਕ, ਕੁੱਲ ਕੁਦਰਤ ਦਾ ਰਚੇਤਾ, ਸਿਰਜਣਹਾਰ। ਔਰ ਉਹ ਘਟ ਘਟ ਵਿੱਚ ਵਸਦਾ ਹੈ। ਉਹ ਕਿਸੇ ਇੱਕ ਬਿਲਡਿੰਗ ਦਾ, ਇੱਕ ਮੰਦਰ ਦਾ ਦੀ ਮਹਦੂਦ ਉਹਦੇ ਤੱਕ, ਉਹਦੀ ਹੱਦ ਵਿੱਚ ਮਹਦੂਦ ਨਹੀਂ, ਸੀਮਤ ਨਹੀਂ। ਉਹ ਕੁੱਲ ਆਲਮ ਹੀ ਉਹਦਾ ਘਰ ਹੈ। ਉਹ ਤੁਹਾਡੇ 'ਚ ਵੀ ਹੈ, ਮੇਰੇ 'ਚ ਵੀ ਹੈ, ਹਰ ਜਗ੍ਹਾ 'ਤੇ ਹੈ। ਪੁਜਾਰੀਆਂ ਨੇ ਕਿਹਾ ਜੀ ਅਗਰ ਉਹ ਸਰਵਵਿਆਪੀ ਹੈ ਤਾਂ ਉਹਦੀ ਆਰਤੀ ਕੌਣ ਕਰਦਾ ਹੈ? ਮਹਾਰਾਜ ਨੇ ਆਖਿਆ ਜੋ ਦਿਸਦਾ ਪਸਾਰਾ ਹੈ ਸਭ ਉਹਦੀ ਆਰਤੀ ਕਰਦਾ। ਇਹ ਜਿਹੜਾ ਆਕਾਸ਼ ਹੈ ਇਹ ਥਾਲ ਹੈ, ਚੰਦ ਤੇ ਸੂਰਜ ਦੋ ਦੀਵੇ ਨੇ, ਜਿੰਨੇ ਤਾਰੇ ਨੇ ਮੋਤੀ ਨੇ। ਇਹ ਜਿਹੜੀ ਹਵਾ ਵਗ ਰਹੀ ਹੈ ਚੌਰ ਕਰਦੀ ਹੈ। ਮਲਿਆਲਮ ਪਰਬਤ, ਜਿੱਥੇ ਪਹਾੜਾਂ ਦੀ ਇੱਕ ਸੰਖਲਾ ਦੇ ਵਿੱਚ ਚੰਦਨ ਹੀ ਚੰਦਨ ਹੈ। ਮਹਾਰਾਜ ਕਹਿੰਦੇ ਸਾਰੀ ਮਾਨੋ ਧੂਪ ਹੈ ਉਹਦੇ ਚਰਨਾਂ 'ਚ, ਜਿਹੜੀ ਹਰ ਵੇਲੇ ਧੁਖਦੀ ਰਹਿੰਦੀ ਹੈ। ਸਾਰੀ ਬਨਸਪਤੀ ਉਹਦੇ ਤੇ ਵਰਖਾ ਹੋ ਰਹੀ ਹੈ। ਔਰ ਜਿਵੇਂ ਤੁਸੀਂ ਆਰਤੀ ਵਿੱਚ ਸ਼ੰਖ ਵਜਾਉਂਦੇ ਹੋ, ਭੇਰੀਆਂ ਵਜਾਉਂਦੇ ਹੋ, ਨਾਦ ਵਜਾਉਂਦੇ ਹੋ, ਢੋਲਕ, ਮਿਰਦੰਗ, ਇਹ ਸਾਰਾ ਕੁਝ ਸਾਜ਼ ਆਦਿਕ ਵਜਾ ਕੇ ਭਜਨ ਕਰਦੇ ਹੋ, ਪਰਮੇਸ਼ਰ ਦੀ ਹੁਕਮ ਰੂਪ ਵੀਣਾ ਜਿਹੜੀ ਹੈ, ਭੇਰੀ ਜਿਹੜੀ ਹੈ, ਇਹ ਸਦਾ ਹੀ ਗੂੰਜ ਰਹੀ ਹੈ। ਉਹਦਾ ਹੁਕਮ ਅਮਿਟ ਹੈ। ਅਰੇ ਹੁਕਮ ਰੂਪ ਸਾਜ਼ ਸਦਾ ਹੀ ਵੱਜੀ ਜਾ ਰਿਹਾ। ਸਾਹਿਬ ਸਤਿਗੁਰੂ ਗੁਰੂ ਸਾਹਿਬ ਜੀ ਨੇ ਜਿਹੜਾ ਉੱਥੇ ਉਪਦੇਸ਼ ਦਿੱਤਾ, ਗਗਨ ਮੈ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵਖੰਡਨਾ, ਤੇਰੀ ਆਰਤੀ ਅਨਹੱਤਾ ਸ਼ਬਦ ਵਾਜੰਤ ਭੇਰੀ। ਫਿਰ ਫਰਮਾਇਆ ਸਹਸ ਤਵ ਨੈਣ, ਨਨ ਨੈਣ ਹੈ। ਇਹਨੂੰ ਕਹਿੰਦੇ ਨੇ ਬਾਣੀ ਦੀ ਬੋਲੀ ਵਿੱਚ ਸਰਗੁਣ ਔਰ ਨਿਰਗੁਣ। ਸਰਗੁਣ ਕੀ ਹੈ? ਵੀ ਸਾਰਾ ਦਿਸਦਾ ਪਸਾਰਾ ਉਹਦਾ ਹੀ ਰੂਪ ਹੈ। ਤੇ ਨਿਰਗੁਣ ਕੀ ਹੈ? ਵੀ ਉਸ ਪਰਮੇਸ਼ਰ ਦਾ ਕੋਈ ਆਪਣਾ ਨਿਸ਼ਚਿਤ ਸਰੂਪ ਨਹੀਂ, ਵੀ ਆਹ ਉਹਦਾ ਮਾਂਦਰਾ ਹੈ ਜੀ, ਉਹ ਇਸ ਰੰਗ ਦਾ ਹੈ, ਆਹ ਉਹਦਾ ਨੱਕ ਹੈ, ਉਹਦੀਆਂ ਬਾਹਾਂ ਨੇ, ਆਹ ਉਹਦੇ ਹੱਥ ਨੇ, ਉਹਦਾ ਕੋਈ ਸਰੂਪ ਨਹੀਂ। ਜਿਹੜਾ ਕਿਸੇ ਰੋਂਡ ਮੋਂਡ ਦਾ ਚੇਲਾ ਉਹ ਆਖੇਗਾ ਮੇਰਾ ਰੱਬ ਵੀ ਰੋਂਡ ਮੋਂਡ ਹੀ ਹੋਣਾ। ਹਰ ਬੰਦੇ ਦੇ ਦਿਮਾਗ ਵਿੱਚ ਰੱਬ ਦੀ ਆਪਣੇ ਹਿਸਾਬ ਦੀ ਤਸਵੀਰ ਹੈ। ਹਜ਼ੂਰ ਕਹਿੰਦੇ ਨੇ ਉਹ ਤਾਂ ਨਿਰਾਕਾਰ ਹੈ, ਉਹਦੀ ਕੋਈ ਵੀ ਨਿਸ਼ਚਿਤ ਇੱਕ ਮੂਰਤ ਨਹੀਂ। ਉਹਨੂੰ ਮੂਰਤਾਂ 'ਚ ਬੰਨ੍ਹਿਆ ਹੀ ਨਹੀਂ ਜਾ। ਮੂਰਤ ਤੇ ਕਲਪਨਾ ਹੈ। ਬੁੱਤ ਬਣਾਉਣ ਵਾਲਾ ਬਣਾਉਣ ਤੋਂ ਪਹਿਲਾਂ ਆਪਣੇ ਜ਼ਿਹਨ ਤੇ ਆਪਣੇ ਦਿਮਾਗ ਵਿੱਚ ਇੱਕ ਖਾਕਾ ਬਣਾਉਂਦਾ ਵੀ ਮੈਂ ਇਹੋ ਜਿਹਾ ਬੁੱਤ ਬਣਾਵਾਂਗਾ। ਜਿਹੋ ਜਿਹਾ ਉਹਦੇ ਦਿਮਾਗ 'ਚ ਹੁੰਦਾ ਉਹੋ ਜਿਹਾ ਬਾਹਰ ਬਣਾਉਂਦਾ। ਚਿੱਤਰਕਾਰ ਤਸਵੀਰ ਦਾ ਖਾਕਾ ਉਲੀਕਣ ਤੋਂ ਪਹਿਲਾਂ ਆਪਣੇ ਜ਼ਿਹਨ ਵਿੱਚ, ਦਿਮਾਗ 'ਚ ਕਲਪਨਾ ਕਰਦਾ, ਇਮੈਜੀਨੇਸ਼ਨ ਕਰਦਾ, ਫਿਰ ਬਣਾਉਂਦਾ। ਕੀ ਪਰਮੇਸ਼ਰ ਕਾਲਪਨਿਕ ਸੱਤਾ ਹੈ? ਉਹ ਸਾਡੀ ਇਮੈਜੀਨੇਸ਼ਨ ਹੈ। ਸਤਿਗੁਰੂ ਮਹਾਰਾਜ ਨੇ ਫਰਮਾਇਆ, ਕਹਿਣ ਲੱਗੇ ਉਸ ਪਰਮੇਸ਼ਰ ਨੂੰ ਅਸੀਂ ਤੁਸੀਂ ਰਲ ਕੇ ਨਹੀਂ ਘੜ ਸਕਦੇ। ਉਹ ਸਾਡਾ ਬਣਾਇਆ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਤਾਂ ਮਾਇਆ ਤੋਂ ਰਹਿਤ ਹੈ, ਉਹ ਤਾਂ ਆਪਣੇ ਆਪ ਤੋਂ ਹੈ, ਉਹਨੂੰ ਕੋਈ ਪੈਦਾ ਨਹੀਂ ਕਰਦਾ। ਸਤਿਗੁਰੂ ਜੀ ਨੇ ਫਰਮਾਇਆ, ਕਹਿਣ ਲੱਗੇ ਉਹਨੂੰ ਤੁਸੀਂ ਕਿਸੇ ਮੂਰਤ ਵਿੱਚ ਬੰਨ੍ਹ ਨਹੀਂ ਸਕਦੇ, ਕਿਸੇ ਸਰੂਪ 'ਚ ਨਹੀਂ ਬੰਨ੍ਹ। ਇਹ ਉਹਦਾ ਨਿਰਗੁਣ ਸੱਤਾ ਹੈ। ਇਹਨੂੰ ਨਿਰਗੁਣ ਕਹਿੰਦੇ। ਗੁਰਮਤਿ ਦਾ ਜਿਹੜਾ ਅਕੀਦਾ ਹੈ ਉਹ ਹੈ ਨਿਰਗੁਣ ਬ੍ਰਹਮ ਸਰੂਪ ਦੀ ਉਪਾਸਨਾ, ਉਹਦਾ ਚਿੰਤਨ। ਇਸ ਕਰਕੇ ਸਾਡੇ 'ਚ ਸਰਗੁਣ ਭਾਵ ਉਹਦੀ ਕੋਈ ਮੂਰਤ ਬਣਾ ਕੇ ਉਹਨੂੰ ਪੂਜਿਆ ਨਹੀਂ ਜਾਂਦਾ। ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ, ਮਹਾਰਾਜ ਨੇ ਮੂਰਤ ਨੂੰ ਕਿਤੇ ਵੀ ਮਾਨਤਾ ਨਹੀਂ ਬਖਸ਼ੀ। ਸਤਿਗੁਰੂ ਜੀ ਫਰਮਾਉਂਦੇ ਨੇ, ਕਹਿਣ ਲੱਗੇ ਸਹਸ ਤਵ ਨੈਣ ਨਨ ਨੈਣ ਹੈ ਤੋਹਿ ਕੋ, ਸਹਸ ਮੂਰਤ ਨਨਾ ਏਕ ਤੋਹੀ, ਸਹਸ ਪਾਦ ਬਿਮਲ ਨਨ ਏਕ ਪਾਦ, ਗੰਧ ਬੇਨ ਸਹਸ ਤਵ ਗੰਧ ਇਵ ਚਲਤ ਮੋਹੀ। ਫਿਰ ਫਰਮਾਇਆ ਸਭ ਮਹਿ ਜੋਤ ਜੋਤ ਹੈ ਸੋਏ,
ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਵੀ ਉਹਦੀ ਜੋਤ ਸਭਨਾ ਵਿੱਚ ਹੈ। ਉਹਦੀ ਜੋਤ ਕਰਕੇ ਹੀ ਸੰਸਾਰ ਵਿੱਚ ਜੀਵਨ ਦਾ ਪ੍ਰਕਾਸ਼ ਹੈ। ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਸਭਨਾਂ ਦੇ ਵਿੱਚ ਜਿਹੜੀ ਜੀਵਨ ਦੀ ਰੌਂ ਚੱਲ ਰਹੀ ਹੈ ਉਸ ਬ੍ਰਹਮ ਕਰਕੇ ਹੈ, ਚੇਤਨ ਸੱਤਾ ਕਰਕੇ ਹੈ। ਫਿਰ ਉਸ ਜੋਤ ਦੀ ਸਮਝ ਕਿਵੇਂ ਪਵੇ? ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸਵਾਰਤੀ। ਹੇ ਮੇਰੇ ਮਾਲਕ, ਜੋ ਤੈਨੂੰ ਭਾਉਂਦਾ ਹੈ, ਜਦੋਂ ਸਾਨੂੰ ਉਹ ਚੰਗਾ ਲੱਗਣ ਲੱਗ ਪਏ, ਸਮਝੋ ਅਸੀਂ ਵੀ ਤੇਰੀ ਆਰਤੀ 'ਚ ਸ਼ਾਮਲ ਹਾਂ। ਤੇ ਜੇ ਸਾਨੂੰ ਤੇਰਾ ਹੁਕਮ ਨਹੀਂ ਨਾ ਭਾਉਂਦਾ, ਅਸੀਂ ਰੱਖ ਥਾਲ ਚੁੱਕੀ ਫਿਰੀਏ, ਫਿਰ ਅਸੀਂ ਤੇਰੀ ਆਰਤੀ ਨਹੀਂ ਕਰ ਸਕਦੇ। ਇਹ ਕਰਮ ਕਾਂਡ ਹੈ। ਫਿਰ ਅਸੀਂ ਤੇਰੇ ਪੁਜਾਰੀ ਨਹੀਂ, ਫਿਰ ਅਸੀਂ ਤੇਰੀ ਬੰਦਗੀ ਨਹੀਂ ਕਰ ਸਕਦੇ। ਇਹ ਤਾਂ ਵਿਖਾਵੇ ਹੋ ਗਏ, ਇਹ ਤਾਂ ਕਰਮ ਕਾਂਡ ਹੋ ਗਏ। ਸਰੀਰ ਨਾਲ ਨਿਭਾ ਲਓ, ਮਨ ਉੱਥੇ ਦਾ ਉੱਥੇ ਹੀ ਖੜਾ ਰਹੇ। ਜੋ ਤਿਸ ਭਾਵੈ ਸੋ ਆਰਤੀ ਹੋਏ। ਜੇ ਜੋ ਤੈਨੂੰ ਪਾਉਂਦਾ, ਜੇ ਉਹ ਮੈਨੂੰ ਪਾਉਣ ਲੱਗ ਪਏ, ਜਿਵੇਂ ਹਵਾ ਤੇਰੀ ਹੁਕਮ 'ਚ ਹੈ, ਅੱਗ ਤੇਰੀ ਹੁਕਮ 'ਚ ਹੈ, ਕੁੱਲ ਕਾਇਨਾਤ ਤੇਰੀ ਰਜ਼ਾ 'ਚ, ਜੇ ਮੈਂ ਤੇਰੀ ਰਜ਼ਾ ਨੂੰ ਮਿੱਠਾ ਕਰਕੇ ਮੰਨਾਂ ਤੇ ਸਮਝੋ ਵੀ ਮੈਂ ਪਰਮੇਸ਼ਰ ਦੀ ਆਰਤੀ ਕਰ ਰਿਹਾ। ਭਾਵੇਂ ਮੈਂ ਟੱਲੀਆਂ ਨਹੀਂ ਵਜਾ ਰਿਹਾ, ਭਾਵੇਂ ਮੈਂ ਦੀਵੇ ਨਹੀਂ ਜਗਾ ਰਿਹਾ, ਪਰ ਫਿਰ ਵੀ ਮੈਂ ਉਹਦੀ ਆਰਤੀ ਵਿੱਚ ਸ਼ਾਮਲ ਹੋ ਗਿਆ। ਸਮਝੋ ਮੈਂ ਉਹਦੀ ਆਰਤੀ ਉਪਾਸਨਾ ਕਰ ਰਿਹਾ ਹਾਂ। ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰਾ ਨਾਏ ਵਾਸਾ। ਇਹ ਮੰਗ ਮੰਗੀ, ਮੇਰੀ ਤੇ ਇਹ ਲੋੜ ਹੈ, ਮੈਨੂੰ ਤਾਂ ਆਹ ਦਾਤ ਬਖਸ਼ੋ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉੱਥੇ ਵੀ ਇੱਕ ਨਿਰਗੁਣ ਸਰੂਪ ਦੀ, ਉਹਦੀ ਜੋਤ ਦਾ ਪਸਾਰਾ ਸਾਰੇ ਘਟਾਂ ਵਿੱਚ ਹੈ, ਤੇ ਉਸ ਬ੍ਰਹਮ ਕਰਕੇ ਹੀ ਸਮੁੱਚੀ ਕਾਇਨਾਤ ਦੇ ਰੂਪ ਰੰਗ ਤੇ ਆਕਾਰ ਨੇ। ਇਸ ਗੱਲ ਦਾ ਪ੍ਰਗਟਾਵਾ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਨੇ ਇਸ ਮੁਬਾਰਕ ਸ਼ਬਦ ਵਿੱਚ ਕੀਤਾ। ਪਰ ਪਤਾ ਹੈ, ਧਨਾਸਰੀ ਰਾਗ ਵਿੱਚ ਵੈਸੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ 2 ਵਾਰ ਆਉਂਦਾ ਹੈ। ਇੱਕ ਵਾਰ ਸੋਹਿਲੇ ਦੀ ਬਾਣੀ 'ਚ, ਤੇ ਦੂਜੀ ਵਾਰ ਰਾਗ ਧਨਾਸਰੀ ਵਿੱਚ ਇਹ ਸ਼ਬਦ ਇਕੱਲਾ ਲਿਖਿਆ ਹੈ ਤੇ ਇਹਦੇ ਉੱਤੇ ਆਰਤੀ ਲਿਖਿਆ। 2 ਵਾਰ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਆਇਆ। ਆਰਤੀ ਸਰਲੇਖ ਹੇਠ ਇੱਕੋ ਸ਼ਬਦ ਮਹਾਰਾਜ ਨੇ ਦਰਜ ਕੀਤਾ। ਇਸ ਵਾਸਤੇ ਸਤਿਗੁਰੂ ਜੀ ਨੇ 2 ਵਾਰ ਇਸ ਸ਼ਬਦ ਨੂੰ ਅੰਕਿਤ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਕਈ ਸ਼ਬਦ ਨੇ ਜਿਹੜੇ 2 ਵਾਰ ਆਏ, ਸੋਦਰ ਦਾ 3 ਵਾਰ ਆਇਆ। ਸੋ ਮਹਾਰਾਜ ਭਗਤ ਕਬੀਰ ਜੀ ਮਹਾਰਾਜ ਫਰਮਾਉਂਦੇ ਨੇ ਇਸ ਮੁਬਾਰਕ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ, ਕਰ ਰੇ ਗਿਆਨੀ ਬ੍ਰਹਮ ਵਿਚਾਰ, ਹੇ ਗਿਆਨਵਾਨ ਚੇਤਨ ਪੁਰਸ਼। ਇੱਥੇ ਗਿਆਨੀ ਸ਼ਬਦ ਦਾ ਅਰਥ ਹੈ ਹੇ ਸਮਝ ਰੱਖਣ ਵਾਲੇ। ਜਿਸ ਪਰਮੇਸ਼ਰ ਨੇ ਤੈਨੂੰ ਸੋਚਣ ਦੀ, ਸਮਝਣ ਦੀ ਸਮਰੱਥਾ ਦਿੱਤੀ ਹੈ, ਅਕਲ ਦਿੱਤੀ ਹੈ, ਵੀ ਤੂੰ ਇਹਦੇ ਨਾਲ ਵਿਚਾਰ ਕਰ, ਤੂੰ ਇਹਦੇ ਨਾਲ ਆਪਣੇ ਭੀਤਰ ਵਿਚਾਰ ਕਰੇ ਨੁਕਤਿਆਂ ਦੀ, ਤੇ ਕਿਸੇ ਨਤੀਜੇ ਤੱਕ ਅੱਪੜੇ। ਹੇ ਵਿਚਾਰਵਾਨ ਪੁਰਸ਼, ਕਰ ਰੇ ਗਿਆਨੀ ਬ੍ਰਹਮ ਵਿਚਾਰ। ਬ੍ਰਹਮ ਦੀ, ਸੱਚ ਦੀ, ਉਹਦੇ ਗੁਣਾਂ ਦੀ ਚਰਚਾ ਕਰ, ਉਹਦੇ ਗੁਣਾਂ ਦੀ ਵਿਚਾਰ ਕਰ। ਉਸ ਬ੍ਰਹਮ ਬਾਰੇ ਕੁਝ ਜਾਣ, ਉਸ ਬ੍ਰਹਮ ਬਾਰੇ ਕੁਝ ਚਰਚਾ ਕਰ। ਉਸ ਦੀ ਚਰਚਾ ਕੀ ਹੋਣੀ ਹੈ? ਹਜ਼ੂਰ ਫਰਮਾਉਂਦੇ ਨੇ, ਜੋਤੀ ਅੰਤਰ ਧਰਿਆ ਪਸਾਰ। ਜਿੰਨਾ ਵੀ ਪਸਾਰਾ ਉਸਨੇ ਪਸਾਰਿਆ, ਇਹਦੇ ਵਿੱਚ ਉਸਨੇ ਆਪਣੀ ਜੋਤ ਟਿਕਾਈ ਹੈ। ਇਹ ਸਾਰੇ ਜਗਤ ਪਸਾਰੇ ਨੂੰ ਜਿਸ ਵੇਲੇ ਤੂੰ ਵੇਖੇਂ, ਤੇ ਜਗਤ ਪਸਾਰੇ ਨੂੰ ਵੇਖ ਕੇ ਤੂੰ ਮਹਿਸੂਸ ਕਰੇ ਵੀ ਇਹ ਸਾਰੇ ਜਗਤ ਪਸਾਰੇ ਦੇ ਵਿੱਚ ਪਰਮੇਸ਼ਰ ਦੀ ਆਪਣੀ ਜੋਤ ਵਿਦਮਾਨ ਹੈ। ਇਸ ਨੂੰ ਮਹਾਰਾਜ ਬਾਣੀ 'ਚ ਪਤਾ ਕਿਵੇਂ ਡਿਫਾਈਨ ਕਰਦੇ ਨੇ? ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮੈਂ ਕੀਆ। ਮਹਾਰਾਜ ਕਹਿੰਦੇ ਜਿਵੇਂ ਹਰ ਕਿਸਮ ਦੀ ਲੱਕੜੀ, ਕਿਸੇ ਵੀ ਰੁੱਖ ਦੀ ਲੱਕੜ ਹੋਵੇ, ਉਹਨੂੰ ਆਪਾਂ ਬਾਲਣ ਦੇ ਰੂਪ ਵਿੱਚ ਵਰਤ ਸਕਦੇ ਹਾਂ। ਅਸੀਂ ਲੋਹ ਦੇ ਥੱਲੇ
ਲੋਹਾ ਸੁੱਟੀ ਜਾਈਏ, ਉਹਨੂੰ ਅੱਗ ਲੱਗੇਗੀ? ਨਹੀਂ। ਅਸੀਂ ਲੱਕੜਾਂ ਡਾਹੁੰਦੇ ਹਾਂ ਬਾਲਣ ਦੇ ਰੂਪ 'ਚ। ਲੱਕੜ ਨੂੰ ਅੱਗ ਕਿਉਂ ਲੱਗਦੀ? ਕਿਉਂਕਿ ਲੱਕੜ ਦੇ ਵਿੱਚ ਅੱਗ ਦੇ ਤੱਤ ਮੌਜੂਦ ਨੇ। ਉਹਨੂੰ ਬਾਹਰੋਂ ਅੱਗ ਛੁਆਈਏ ਤੇ ਉਹ ਬਲ ਪੈਂਦੀ ਹੈ। ਸਗਲ ਬਨਸਪਤ ਮੈਂ ਬੈਸੰਤਰ, ਹਰ ਕਿਸਮ ਦੀ ਲੱਕੜ ਦੇ ਵਿੱਚ ਅੱਗ ਦੇ ਤੱਤ ਮੌਜੂਦ ਨੇ, ਅਗਨੀ ਮੌਜੂਦ ਹੈ। ਭਾਵੇਂ ਉਹ ਕਿਸੇ ਵੀ ਰੁੱਖ ਦੀ, ਵੱਖਰੇ ਵੱਖਰੇ ਰੁੱਖਾਂ ਦੀ ਲੱਕੜ ਹੋਵੇ, ਪਰ ਉਹਦੇ 'ਚ ਤੱਤ ਅੱਗ ਦੇ ਸਭਨਾਂ ਵਿੱਚ ਹੀ ਮੌਜੂਦ ਨੇ। ਇਸੇ ਤਰ੍ਹਾਂ ਕਿੰਨੀਆਂ ਵੰਨਗੀਆਂ ਦੇ ਸੰਸਾਰ ਦੇ ਜੀਵ ਨੇ, ਕਿੰਨੀਆਂ ਜੂਨਾਂ ਨੇ, ਕਿੰਨੇ ਪਦਾਰਥ ਨੇ, ਕਿੰਨੀਆਂ ਵਸਤੂਆਂ ਨੇ। ਜਿਤਨਾ ਵੀ ਇਹ ਮਟੀਰੀਅਲ, ਇਹਦੇ ਅੰਦਰ ਇੱਕੋ ਹੀ ਚੇਤਨ ਸੱਤਾ ਹੈ, ਇੱਕੋ ਹੀ ਜੋਤ ਹੈ। ਸਗਲ ਦੁੱਧ ਮੈਂ ਕੀਆ, ਹਰ ਦੁੱਧ ਦੇ ਵਿੱਚ ਘਿਓ ਦੀ ਮਾਤਰਾ ਹੈ, ਘਿਓ ਦੇ ਤੱਤ ਮੌਜੂਦ ਨੇ। ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਅਸੀਂ ਕਹਿੰਦੇ ਹਾਂ ਕਿਸੇ ਨੂੰ ਇਹ ਉੱਚਾ ਹੈ ਜੀ, ਇਹ ਨੀਵਾਂ ਹੈ ਜੀ, ਇਹ ਅਸੀਂ ਡਿਸਾਈਡ ਕਰਦੇ ਹਾਂ। ਅਸੀਂ ਪਹਿਲਾਂ ਅਸੀਂ ਮਜ਼ਹਬਾਂ ਦੇ ਨਾਂ 'ਤੇ ਕੀਤਾ ਵੀ ਆਹ ਮਜ਼ਹਬ ਚੰਗਾ ਹੁੰਦਾ, ਆਹ ਮਜ਼ਹਬ ਮਾੜਾ ਹੁੰਦਾ। ਹੁਣ ਤੁਸੀਂ ਵੇਖੋ, ਫਿਰ ਮਜ਼ਹਬਾਂ ਦੇ ਵਿੱਚ ਅਸੀਂ ਕਲਟ ਪੈਦਾ ਕਰ ਲਏ। ਇਹ ਫਲਾਣੇ ਧੜੇ ਦਾ ਸਿੱਖ, ਢਮਕਾਣੇ ਧੜੇ ਦਾ ਸਿੱਖ, ਇਹ ਫਲਾਂ ਕਿਸਮ ਦਾ ਮੁਸਲਮਾਨ, ਇਹ ਫਲਾਂ ਕਿਸਮ ਦਾ ਈਸਾਈ। ਸਾਰਿਆਂ ਦੀ ਇੱਕੋ ਹੀ ਸਮੱਸਿਆ ਹੈ। ਇਹ ਥੋੜ੍ਹਾ ਵੀ ਆਪਾਂ ਇਕੱਲੇ ਬਚੇ ਹੋਏ ਹਾਂ, ਨਾ, ਅਸੀਂ ਕਿੱਥੇ ਬਚੇ, ਸਾਰੇ ਹੀ ਇੱਕੇ ਰਾਹ ਤੁਰੇ ਹੋਏ ਨੇ। ਬੰਦਾ ਤੇ ਬੰਦਾ ਹੀ ਹੈ ਨਾ ਜੀ। ਫਿਰ ਉਹਦੇ ਤੋਂ ਖਹਿੜਾ ਜੇ ਛਡਾਉਣ ਦਾ ਕੋਈ ਯਤਨ ਕਰੇ ਤੇ ਫਿਰ ਅਗਲੀ ਸਮੱਸਿਆ ਹੈ ਬਰਾਦਰੀਆਂ ਦੀ। ਫਿਰ ਬਰਾਦਰੀਆਂ ਦੇ ਵਿੱਚ ਵੀ ਅੱਗੇ ਗੋਤਰ ਨੇ, ਤੇ ਜੇ ਗੋਤਰ ਇੱਕ ਹੋਵੇ ਤੇ ਅਮੀਰੀ ਗਰੀਬੀ ਦਾ ਰੌਲਾ ਪੈਂਦਾ। ਜੇ ਅਮੀਰੀ ਗਰੀਬੀ ਨੂੰ ਵੀ ਇੱਕ ਪਾਸੇ ਰੱਖ ਦਿਓ, ਫਿਰ ਸਟੇਟਸ ਦਾ ਰੌਲਾ ਪੈਂਦਾ। ਮੇਰੀ ਆਹ ਪਦਵੀ ਤੇ ਇਹਦੀ ਆਹ ਪਦਵੀ। ਜਾਨੀ ਇਨਸਾਨ ਦਾ ਦਿਲ ਤੇ ਦਿਮਾਗ ਦੋਵੇਂ ਚੀਜ਼ਾਂ ਹੀ ਨਫ਼ਰਤ ਦੇ ਫਤੂਰ ਨਾਲ ਲਬਰੇਜ਼ ਨੇ। ਕਹਿ ਘਟ ਨਾਮ ਨਿਵਾਸ। ਕਿਵੇਂ ਬਣੇਗਾ ਇਹ ਧਾਰਮਿਕ? ਧਾਰਮਿਕ ਹੋਣ ਦਾ ਅਰਥ ਇਕੱਲਾ ਤਨ ਨੂੰ ਧਾਰਮਿਕ ਬਣਾਉਣਾ ਨਹੀਂ। ਧਾਰਮਿਕ ਹੋਣ ਦਾ ਅਰਥ ਮਨ ਕਰਕੇ ਵੀ ਸਪਸ਼ਟ ਹੋਣਾ ਹੈ, ਅੰਦਰ ਦੀਆਂ ਵੰਡੀਆਂ ਮੇਟਣਾ ਵੀ ਹੈ, ਅੰਦਰ ਨੂੰ ਸਾਫ਼ ਤੇ ਪਾਕ ਰੱਖਣਾ ਵੀ ਹੈ। ਕਿੰਨੇ ਸੰਸਾਰ ਦੇ ਮਹਾਂਪੁਰਖ ਸਮੇਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਚਣ ਵਾਲੇ ਮਹਾਂਪੁਰਖ ਦੁਨੀਆ ਨੂੰ ਇਹੀ ਕਹਿੰਦੇ ਰਹੇ, ਅੱਜ ਵੀ ਕਹਿ ਰਹੇ ਨੇ। ਜੇ ਇਕੱਲਾ ਤਾਂ ਨਹੀਂ ਧਾਰਮਿਕ ਕਰਨ ਦੀ ਲੋੜ ਹੁੰਦੀ ਤਾਂ ਗੁਰੂ ਗ੍ਰੰਥ ਸਾਹਿਬ 'ਚ ਇੰਨੀ ਬਾਣੀ ਮਨ ਨੂੰ ਸੰਬੋਧਨ ਕਰਨ ਦੀ ਕੀ ਲੋੜ ਹੈ? ਪਰ ਇਨਸਾਨ ਹੋਰ ਰਾਹ 'ਤੇ ਹੈ। ਉਹ ਉਸ ਮਾਰਗ ਦਾ ਪਾਂਧੀ ਨਹੀਂ ਜਿਹਦੇ ਨੂੰ ਕਬੀਰ ਜੀ ਸਾਡੀ ਬਾਂਹ ਫੜ ਕੇ ਤੋਰਨਾ ਚਾਹੁੰਦੇ ਨੇ, ਜਿਹਦੇ ਨੂੰ ਗੁਰੂ ਨਾਨਕ ਪਾਤਸ਼ਾਹ ਸਾਨੂੰ ਤੋਰਨਾ ਚਾਹੁੰਦੇ ਨੇ। ਅਸੀਂ ਹੋਰ ਰਾਹ ਦੇ ਪਾਂਧੀ ਹਾਂ। ਉਹ ਮਾਰਗ ਹੋਰ ਹੈ, ਸਾਡਾ ਰਸਤਾ ਹੋਰ ਹੈ। ਉਹਨਾਂ ਦੇ ਤਾਂ ਅਸੀਂ ਨਾਂ ਵਰਤਦੇ ਹਾਂ, ਮਾਫ਼ ਕਰਿਓ। ਕੋਈ ਗੁਰੂ ਨਾਨਕ ਦਾ ਨਾਂ ਵਰਤਦਾ ਹੈ, ਕੋਈ ਭਗਤ ਕਬੀਰ ਦਾ ਵਰਤਦਾ ਹੈ, ਕੋਈ ਈਸਾ ਦਾ ਵਰਤਦਾ ਹੈ, ਵਰਤੀ ਜਾ ਰਹੀ ਹੈ ਦੁਨੀਆ, ਨਾਂ ਉਹਨਾਂ ਦੇ ਵਰਤ ਰਹੀ ਹੈ, ਚੱਲਦਾ ਹੈ। ਪਰ ਅਸੀਂ ਉਸ ਰਾਹ 'ਤੇ ਹਾਂ ਕਿ ਨਹੀਂ, ਇਸ ਗੱਲ ਦੀ ਵਿਚਾਰ ਸਾਨੂੰ ਆਪਣੇ ਮਨ ਨਾਲ ਕਰਨੀ ਪਏਗੀ। ਸਾਨੂੰ ਆਪਣੀ ਅੰਤਰ-ਆਤਮਾ ਨੂੰ ਪੁੱਛਣਾ ਪਏਗਾ। ਇਹੀ ਅਭਿਆਸ ਹੈ ਬਾਣੀ ਪੜ੍ਹਨ ਦਾ, ਇਹੀ ਅਭਿਆਸ ਹੈ ਸਤਸੰਗ ਦਾ। ਜੇ ਅਭਿਆਸ ਮੁਕੰਮਲ ਨਹੀਂ ਹੁੰਦਾ, ਜੇ ਅਸੀਂ ਆਪਣੇ ਨਿੱਜ ਨੂੰ ਨਹੀਂ ਪੁੱਛਦੇ, ਆਪਣੀ ਆਤਮਾ ਨੂੰ, ਆਪਣੇ ਮਨ ਨੂੰ, ਆਪਣੀ ਸੁਰਤ ਨੂੰ, ਵੀ ਤੂੰ ਉਸ ਰਾਹ 'ਤੇ ਹੈ ਕਿ ਨਹੀਂ ਹੈ, ਤਾਂ ਸਾਡੇ ਕਰਮ ਜਿਹੜੇ ਨੇ ਉਹ ਸਾਨੂੰ ਮਾਨਤਾ ਨਹੀਂ ਦਿਵਾ ਸਕਣਗੇ, ਕਿਉਂਕਿ ਸਾਰੇ ਬਾਹਰ ਮੁਖੀ, ਬਾਹਰ ਦੇ ਕਰਮ ਨੇ। ਕਾਂਸ਼ੀ 'ਚ ਇੰਨੇ ਕਰਮਕਾਂਡ ਹੁੰਦੇ, ਕਬੀਰ ਜੀ ਨੇ ਇੱਕ ਵੀ ਨਹੀਂ ਕੀਤਾ। ਜੇ ਕਰਮਕਾਂਡ ਜ਼ਰੂਰੀ ਹੁੰਦੇ ਤਾਂ ਉਹ ਕਰਦੇ ਨਾ।
ਸੋ ਉਹਨਾਂ ਨੇ ਫਰਮਾਇਆ ਕਿ ਹੇ ਮਨੁੱਖ ਉਸ ਨੂੰ ਪਛਾਣ ਜੋ ਤੇਰੇ ਵਜੂਦ ਵਿੱਚ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਇਹ ਮੇਰੇ ਮਾਨੋ ਹਰੀ ਪਰਮੇਸ਼ਰ ਤੇਰੇ ਅੰਤਰਾਤਮੇ 'ਚ ਮੌਜੂਦ ਹੈ। ਗੁਰੂ ਦੀ ਮੱਤ ਰਾਹੀਂ ਉਹਦਾ ਸੰਗ ਕਰ, ਉਹਦੇ ਨਾਲ ਸਾਂਝ ਬਣਾਉਣ ਦਾ ਯਤਨ ਕਰ, ਤਾਂ ਕਿ ਤੇਰੀ ਬਾਹਰ ਦੀ ਨਫ਼ਰਤ ਮਿਟੇ, ਬਾਹਰ ਦੀਆਂ ਵੰਡੀਆਂ ਮਿਟਣ, ਬਾਹਰੋਂ ਤੋਂ ਭੈ ਭਾਵਨੀ ਵਾਲਾ ਬਣੇ। ਇਸ ਸੰਸਾਰ ਅੰਦਰ ਮੈਂ ਵੀ ਧਾਰਮਿਕ ਹਾਂ, ਈਸਾਈ ਵੀ ਧਾਰਮਿਕ ਅਖਵਾਉਂਦਾ ਹੈ, ਮੁਸਲਮਾਨ ਵੀ ਧਾਰਮਿਕ ਅਖਵਾਉਂਦਾ ਹੈ। ਹਰ ਮਜ਼ਹਬ ਦੇ ਲੋਕ ਆਪਣੇ ਆਪ ਨੂੰ ਧਾਰਮਿਕ ਕਹਿੰਦੇ ਨੇ, ਫਿਰ ਵੀ ਇੱਕ ਦੂਜੇ ਦੇ ਮਜ਼ਹਬ ਨੂੰ ਮਿਟਾਉਣ ਵਾਸਤੇ ਸਾਰਿਆਂ ਅੰਦਰ ਅੱਗ ਬਲਦੀ ਹੈ। ਉਹ ਕਹਿੰਦਾ ਜੀ ਦੁਨੀਆ 'ਚ ਮੇਰਾ ਹੀ ਧਰਮ ਰਵੇ, ਬਾਕੀ ਸਾਰੇ ਮਰ ਜਾਣ। ਦੂਜਾ ਕਹਿੰਦਾ ਮੇਰਾ ਮਜ਼ਹਬ ਰਵੇ, ਦੂਜੇ ਨਾ ਰਹਿਣ। ਫਿਰ ਇੱਕ ਧਰਮ ਦੇ ਧਰਮ ਸਥਾਨਾਂ 'ਚ ਵੀ ਕੰਪੀਟੀਸ਼ਨ ਹੈ, ਇੱਕ ਧਰਮ ਦੇ ਲੋਕਾਂ 'ਚ ਵੀ ਕੰਪੀਟੀਸ਼ਨ ਹੈ। ਉਹ ਆਪਸ 'ਚ ਹੀ ਅੜ ਅੜ ਕੇ ਡਿੱਗ ਰਹੇ ਨੇ, ਪਹੁੰਚਦਾ ਕੋਈ ਕਿਤੇ ਨਹੀਂ, ਉੱਥੇ ਘੁੰਮੀ ਘੁਮਾਈ ਜਾ ਰਹੇ ਅਸੀਂ। ਜਾਨੀ ਅਸੀਂ ਧਰਮ ਨਹੀਂ ਕਮਾ ਰਹੇ, ਅਸੀਂ ਧਰਮ ਦੇ ਨਾਂ ਦੇ ਉੱਤੇ ਹੋਰ ਕੁਝ ਕਮਾ ਰਹੇ ਹਾਂ ਜੋ ਸਾਡੇ ਮਨ 'ਚ ਹੈ, ਉਹਨੂੰ ਕਮਾ ਰਹੇ। ਨਾ ਲੇਬਲ ਅਸੀਂ ਲਾਉਣੇ ਵੀ ਧਰਮ ਕਮਾ ਰਹੇ। ਤੋ ਸਤਿਗੁਰੂ ਜੀ ਫਰਮਾਉਂਦੇ ਨੇ, ਆਰੰਭ ਦੇ ਵਾਕ ਵਿੱਚ ਕਿਹਾ, ਕਹਿਣ ਲੱਗੇ ਚੰਦ ਨੂੰ ਵੇਖਦੇ ਹੋ, ਸੂਰਜ ਨੂੰ ਵੇਖਦੇ ਹੋ, ਇਹਨਾਂ ਦੀ ਕਿੰਨੀ ਤੇਜ਼ ਚਮਕ ਹੈ। ਰਾਤ ਦੇ ਸਮੇਂ ਚੰਦਰਮਾ ਆਕਾਸ਼ ਵਿੱਚ ਵਿਖਾਈ ਦਿੰਦਾ ਹੈ, ਦਿਨ ਦੇ ਸਮੇਂ ਸੂਰਜ ਤੁਹਾਨੂੰ ਚਮਕਦਾ ਵਿਖਾਈ ਦਿੰਦਾ ਹੈ। ਤੁਸੀਂ ਇਹਦੇ ਪ੍ਰਕਾਸ਼ ਵਿੱਚ ਇਹਦੀ ਲੋ ਨੂੰ ਮਾਣਦੇ ਹੋ। ਕਹਿੰਦੇ ਨੇ ਪਰ ਚੰਦ ਤੇ ਸੂਰਜ ਨੂੰ, ਪ੍ਰਕਾਸ਼ ਬਖਸ਼ਣ ਵਾਲੇ ਬ੍ਰਹਮ ਨੂੰ ਤੁਸੀਂ ਨਹੀਂ ਜਾਣਦੇ, ਉਹਦੇ ਪ੍ਰਕਾਸ਼ ਨੂੰ ਤੁਸੀਂ ਨਹੀਂ ਮੰਨਦੇ। ਚੰਦ ਸੂਰਜ ਦੋਏ ਜੋਤ ਸਰੂਪ, ਦੋਵੇਂ ਹੀ ਪ੍ਰਕਾਸ਼ ਰੂਪ ਨੇ। ਫਿਰ ਫਰਮਾਉਂਦੇ ਜੋਤੀ ਅੰਤਰ ਬ੍ਰਹਮ ਅਨੂਪ। ਇਹ ਪ੍ਰਕਾਸ਼ ਵੰਡਣ ਵਾਲੇ ਚੰਦ ਤੇ ਸੂਰਜ ਦੇ ਅੰਦਰ ਵੀ ਉਸ ਅਨੁਪਮ ਜੀ ਦੀ ਕਿਸੇ ਨਾਲ ਤੁਲਨਾ, ਜਿਹਨੂੰ ਕਿਸੇ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ, ਐਸੇ ਮਾਲਕ ਵਾਹਿਗੁਰੂ ਦੀ ਜੋਤ ਹੀ ਇਹਨਾਂ 'ਚ ਕੰਮ ਕਰਦੀ ਹੈ। ਇਹ ਚਾਨਣ ਵੀ ਉਹਦੀ ਬਦੌਲਤ ਦਿੰਦੇ ਨੇ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਸਤਿਗੁਰੂ ਜੀ ਨੇ ਫਰਮਾਇਆ ਅਖੀਰਲੇ ਬਚਨ ਵਿੱਚ, ਹੀਰਾ ਦੇਖ ਹੀਰੇ ਕਰੋ ਆਦੇਸ਼। ਕਹਿੰਦੇ ਕੈਸੀ ਕਮਾਲ ਦੀ ਗੱਲ ਹੈ ਪੱਥਰ ਹੀ। ਰਸਤੇ 'ਚ ਕਿੰਨੇ ਪੱਥਰ ਹੁੰਦੇ ਨੇ, ਕੋਈ ਚੁੱਕ ਕੇ ਆਪਣੇ ਘਰ ਖੜਦਾ, ਪਰ ਉਹਨਾਂ ਪੱਥਰਾਂ ਵਿੱਚੋਂ ਇੱਕ ਖਾਸ ਕਿਸਮ ਦਾ ਚਮਕਦਾਰ ਅਮੁੱਲਾ ਪੱਥਰ ਹੈ, ਜਿਹਨੇ ਹਜ਼ਾਰਾਂ ਸਾਲਾਂ ਦਾ ਸਫ਼ਰ ਕੀਤਾ ਹੈ ਤੇ ਉਹਦੀ ਪ੍ਰੋਡਕਸ਼ਨ ਕੁਦਰਤ ਨੇ ਕੀਤੀ। ਉਹਨੂੰ ਆਪਾਂ ਕਹਿੰਦੇ ਹਾਂ ਜੀ ਕੀਮਤੀ ਹੀਰਾ ਹੈ ਉਹ ਵੀ ਪੱਥਰ, ਪਰ ਉਹਦੇ ਵਿੱਚ ਨੂਰ ਹੈ, ਉਹਦੇ 'ਚ ਚਮਕ ਹੈ। ਇਸ ਕਰਕੇ ਉਹ ਬੜਾ ਮਹਿੰਗਾ ਹੈ, ਬੜਾ ਕੀਮਤੀ ਹੈ। ਪੱਥਰ ਆਪਾਂ ਉਹਨਾਂ ਪੱਥਰਾਂ 'ਚ ਹੀ ਉਹ ਹੀਰਾ ਨਿਕਲਦਾ, ਉਹਨਾਂ ਪੱਥਰਾਂ ਵਿੱਚੋਂ। ਵੱਡੇ ਵੱਡੇ ਪਹਾੜ ਹੁੰਦੇ ਨੇ, ਸਾਰਾ ਪੱਥਰ ਹੈ, ਕੋਈ ਚੁੱਕ ਕੇ ਘਰ ਨਹੀਂ ਖੜਦਾ। ਉਹਦੇ ਵਿੱਚੋਂ ਨਿੱਕਾ ਜਿਹਾ ਹੀਰਾ ਨਿਕਲ ਆਏ, ਚਮਕਦਾਰ, ਕੀਮਤੀ ਹੈ, ਅਮੋਲਕ ਹੈ, ਕੋਈ ਉਹਨੂੰ ਛੱਡੇਗਾ? ਕਹਿੰਦੇ ਉਹ ਕਮਾਲ ਦੀ ਖੇਡ ਹੈ। ਇੱਕ ਬੇਜਾਨ ਪੱਥਰ ਵਿੱਚ ਇੰਨਾ ਨੂਰ ਪਾਇਆ, ਇੰਨੀ ਚਮਕ ਪਾਈ ਵੀ ਉਹ ਅਮੋਲਕ ਹੋ ਗਿਆ, ਕੀਮਤੀ ਹੋ ਗਿਆ। ਦੁਨੀਆ ਉਹਨਾਂ ਹੀਰਿਆਂ ਨੂੰ ਤਾਜਾਂ 'ਚ ਜੜ ਲੈਂਦੀ ਏ, ਦਸਤਾਰਾਂ 'ਤੇ ਸਜਾਉਂਦੀ ਏ ਤੇ ਸਾਂਭ ਕੇ ਰੱਖਦੀ ਏ। ਕਬੀਰ ਜੀ ਮਹਾਰਾਜ ਕਹਿੰਦੇ ਠੀਕ ਇਸੇ ਤਰ੍ਹਾਂ ਇਸ ਕੁੱਲ ਆਲਮ ਦੇ ਵਿੱਚ, ਕੁੱਲ ਸੰਸਾਰ ਦੇ ਪਦਾਰਥਾਂ ਵਿੱਚ, ਹਰ ਸ਼ੈ ਦੇ ਵਿੱਚ ਇੱਕੋ ਹੀ ਅਮੋਲਕ ਹੀਰਾ ਹੈ, ਉਹ ਹੈ ਪਰਮੇਸ਼ਰ, ਜਿਹਨੂੰ ਹਜ਼ੂਰ ਨੇ ਕਹਿਣਾ ਹਰ ਸੋ ਹੀਰਾ ਛੱਡ ਕੇ ਕਰੈ ਆਨ ਕੀ ਆਸ, ਤੇ ਨਰ ਦੋਜ਼ਕ ਜਾਹੇਂਗੇ ਸਤ ਭਾਖੈ ਰਵਿਦਾਸ। ਕਹਿੰਦੇ ਉਹ ਅਸਲ ਚਮਕ ਵਾਲਾ ਹੀਰਾ ਤੇ ਉਹ ਪਰਮੇਸ਼ਰ ਹੈ, ਜਿਹਦੀ ਚਮਕ ਸਾਰੇ ਭਵਨਾਂ ਵਿੱਚ, ਕੁੱਲ ਮਖਲੂਕ ਦੇ ਜੀਵਾਂ ਵਿੱਚ ਹੈ। ਮੇਰੀ ਉਹਨੂੰ ਨਮਸਕਾਰ, ਆਦੇਸ਼, ਮੇਰੀ ਉਹਨੂੰ ਪ੍ਰਣਾਮ ਹੈ, ਮੇਰਾ ਉਹਨੂੰ ਸਿਜਦਾ ਹੈ, ਮੈਂ ਉਹਨੂੰ ਮੱਥਾ ਟੇਕਦਾ ਹਾਂ। ਐਸੇ ਪਰਮੇਸ਼ਰ ਨੂੰ ਜੋ ਅਮੋਲਕ ਵੀ ਹੈ, ਜੋਤ ਸਰੂਪ ਵੀ ਹੈ। ਕਹੈ ਕਬੀਰ ਨਿਰੰਜਨ ਅਲੇਖ। ਉਸ ਪਰਮੇਸ਼ਰ ਦੀ ਸਿਫਤ ਕੀ ਨਿਰਅੰਜਨ,
ਕਾਲਖ ਤੋਂ ਰਹਿਤ, ਉਹ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ। ਉਹ ਹੈ ਸਭਨਾਂ 'ਚ। ਮਨੁੱਖ ਜੰਮਦਾ ਹੈ, ਉਹ ਮਨੁੱਖ ਦੇ ਨਾਲ ਨਹੀਂ ਜੰਮਦਾ। ਬੰਦੇ ਦਾ ਸਰੀਰ ਵੱਡਾ ਹੁੰਦਾ ਹੈ, ਉਹ ਬੱਚੇ, ਨਾ ਉਹ ਬੱਚਾ ਹੈ, ਨਾ ਉਹ ਜਵਾਨ ਹੈ, ਨਾ ਉਹ ਬਜ਼ੁਰਗ ਹੈ। ਅਸੀਂ ਬਿਮਾਰ ਹੁੰਦੇ, ਉਹ ਬਿਮਾਰ ਨਹੀਂ ਹੁੰਦਾ। ਅਸੀਂ ਕ੍ਰੋਧੀ ਹੋਈਏ, ਉਹ ਕ੍ਰੋਧ ਦਾ ਸ਼ਿਕਾਰ ਨਹੀਂ। ਸਾਡੇ 'ਚ ਹੁੰਦਿਆਂ ਹੋਇਆਂ ਵੀ ਉਹ ਸਾਡੇ ਤੋਂ ਮੁਕਤ ਹੈ। ਅਸੀਂ ਮਰਾਂਗੇ, ਉਹ ਸਾਡੇ ਨਾਲ ਨਹੀਂ ਮਰਦਾ, ਹੈ ਸਾਡੇ ਵਿੱਚ। ਕਹੇ ਕਬੀਰ ਨਿਰੰਜਨ, ਨਿਰੰਜਨ ਕਾਲਖ ਤੋਂ ਮੁਕਤ ਹੈ, ਅਲੇਖ, ਲੇਖਿਆਂ ਤੋਂ ਪਰੇ ਹੈ, ਅਕਥ ਹੈ, ਬੇਅੰਤ ਹੈ, ਅਪਰੰਪਰ ਹੈ। ਐਸੀ ਹੈ ਉਸ ਦੀ ਹਸਤੀ, ਔਰ ਉਹ ਜੋਤ ਸਰੂਪ ਹੈ, ਸਾਰੇ ਜੀਵਾਂ ਦੇ ਵਿੱਚ ਹੈ। ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਇਸ ਮੁਬਾਰਕ ਸ਼ਬਦ ਰਾਹੀਂ ਉਸ ਬ੍ਰਹਮ ਦੀ ਵਿਚਾਰ ਕਰਨ ਦਾ ਸੁਨੇਹਾ ਦਿੱਤਾ ਹੈ, ਪੈਗਾਮ ਦਿੱਤਾ ਹੈ, ਪ੍ਰੇਰਨਾ ਦਿੱਤੀ ਹੈ। ਸਾਹਿਬ ਕਿਰਪਾ ਕਰਨ, ਸ਼ਬਦ ਦਾ ਉਪਦੇਸ਼ ਸਾਡੇ ਸਭਨਾਂ ਦੇ ਮਨ ਮਸਤਕ ਵਿੱਚ ਵਸੇ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।